ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 780 ਅੰਗ ਤੇ ਕਥਾ ਪਹੁੰਚੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਕਥਾ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨਾ ਜਾਣਾ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਤੂੰ ਮੇਰਾ ਸੱਜਣ ਹੈ, ਮੇਰੇ ਪੁਰਖ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੈਂ ਕਿਸੇ ਦੂਸਰੇ ਨੂੰ ਨਹੀਂ ਜਾਣਦਾ। ਕਿਸੇ ਦੂਸਰੇ ਦੀ ਮੈਨੂੰ ਜਾਣਕਾਰੀ ਨਹੀਂ। ਤਿਸ ਬਿਨ ਅਵਰ ਨਾ ਜਾਣਾ ਰਾਮ, ਤਿਸ ਤੋਂ ਬਿਨਾਂ ਹੈ ਰਾਮ ਮੈਂ ਕਿਸੇ ਦੂਜੇ ਨੂੰ ਜਾਣਦਾ ਹੀ ਨਹੀਂ, ਮੇਰੀ ਕਿਸੇ ਨਾਲ ਪਹਿਚਾਣ ਹੀ ਨਹੀਂ। ਤੁਸੀਂ ਮੇਰੇ ਸੱਜਣ ਪੁਰਖ ਸਤਿਗੁਰੂ ਜੀ ਹੋ, ਤੁਹਾਡੇ ਬਿਨਾਂ ਮਹਾਰਾਜ ਜੀ ਮੈਂ ਨਹੀਂ ਕਿਸੇ ਨੂੰ ਜਾਣਦਾ। ਇੱਥੇ ਕਿਸੇ ਨੂੰ ਨਾ ਜਾਣਨ ਦਾ ਮਤਲਬ ਹੈ ਵੀ ਮਹਾਰਾਜ ਤੁਹਾਡੇ ਤੁਲ ਮੈਂ ਕਿਸੇ ਨੂੰ ਨਹੀਂ ਜਾਣਦਾ। ਲੱਖ ਤੁਰਿਆ ਫਿਰੇ, ਲੱਖ ਕਿਹਾ ਜਾਵੇ ਵੀ ਬੜਾ ਵੱਡਾ, ਬੜਾ ਸ਼੍ਰੋਮਣੀ ਹੈ ਫਲਾਣਾ, ਹੋਵੇਗਾ ਮਹਾਰਾਜ, ਪਰ ਮੈਂ ਤੁਹਾਡੇ ਬਿਨਾਂ ਕਿਸੇ ਨੂੰ ਨਹੀਂ ਜਾਣਦਾ। ਤੁਸੀਂ ਸਰਬ ਸ਼੍ਰੋਮਣੀ ਹੋ, ਸਰਬ ਸਰਵੋਤਮ ਹੋ। ਹੇ ਮੇਰੇ ਸਤਿਗੁਰੂ ਸੱਜਣ ਪੁਰਖ ਜੀ, ਤੁਹਾਡੇ ਬਿਨਾਂ ਮੈਂ ਕਿਸ ਨੂੰ ਜਾਣਦਾ ਹਾਂ? ਨਹੀਂ ਜਾਣਦਾ। ਜਦੋਂ ਦੀ ਸੁਰਤ ਸੰਭਾਲੀ ਹੈ ਮਹਾਰਾਜ, ਉਸ ਸੁਰਤ ਵਿੱਚ ਉਦੋਂ ਦੇ ਤੁਸੀਂ ਦਿਸਦੇ ਹੋ। ਤੁਹਾਡੇ ਬਿਨਾਂ ਕਦੇ ਕਿਸੇ ਹੋਰ ਨੂੰ ਤੱਕਿਆ ਹੀ ਨਹੀਂ, ਵੇਖਿਆ ਹੀ ਨਹੀਂ, ਤਾਂ ਮਹਾਰਾਜ ਜੀ ਮੈਂ ਜਾਣਾ ਕਿਵੇਂ ਕੋਈ ਦੂਜਾ ਹੈ ਤੁਹਾਡੇ ਬਿਨਾਂ? ਹਾਂਜੀ। ਮਾਤੁ ਪਿਤਾ ਭਾਈ ਸੁਤ ਬੰਦਪ, ਜੀ ਪ੍ਰਾਣ ਮਨ ਭਾਣਾ ਰਾਮ। ਮੇਰਾ ਉਹ ਰਾਮ ਮੈਨੂੰ ਮੇਰੇ ਹਿਰਦੇ 'ਚ ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰਾ ਹੈ, ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰਾ। ਜਿਵੇਂ ਮਾਂ, ਪਿਓ, ਭਰਾ, ਪੁੱਤਰ, ਬੰਧਪ, ਰਿਸ਼ਤੇਦਾਰ ਪਿਆਰੇ ਹੁੰਦੇ ਹੈ, ਉਹਨਾਂ ਨਾਲੋਂ ਵੀ ਵੱਧ ਪਿਆਰਾ ਮੈਨੂੰ ਮੇਰਾ ਸਾਹਿਬ ਹੈ। ਪਿਆਰੇ ਉਹ ਵੀ ਕਹੇ ਜਾਂਦੇ ਨੇ, ਮਾਤਾ ਪਿਤਾ ਭਰਾ ਬੰਧਪ ਉਹ ਵੀ ਪਿਆਰੇ ਨੇ। ਮਹਾਰਾਜ ਉਦਾਂ ਮੈਨੂੰ ਤੁਸੀਂ ਪਿਆਰੇ ਹੋ। ਜਿਵੇਂ ਕਿਸੇ ਨੂੰ ਮਾਂ ਬਾਪ ਪਿਆਰਾ ਹੈ, ਕਿਸੇ ਨੂੰ ਭਰਾ ਪਿਆਰੇ ਨੇ, ਕਿਸੇ ਨੂੰ ਪੁੱਤ ਪਿਆਰੇ ਨੇ, ਕਿਸੇ ਨੂੰ ਸੰਬੰਧੀ ਪਿਆਰੇ ਨੇ, ਮਹਾਰਾਜ ਜੀ ਮੈਨੂੰ ਤੁਸੀਂ ਪਿਆਰੇ ਹੋ। ਜਦੋਂ ਪਿਤਾ ਦੀ ਲੋੜ ਹੁੰਦੀ ਤੇ ਪਿਤਾ ਬਣ ਕੇ ਸਿਰ ਤੇ ਹੱਥ ਧਰਦੇ ਹੋ, ਮਾਤਾ ਦੀ ਲੋੜ ਹੋਵੇ ਤੇ ਘੁੱਟ ਕੇ ਗਲ ਵਕੜੀ 'ਚ ਲੈ ਕੇ ਮੱਥਾ ਚੁੰਮਦੇ ਹੋ। ਭਰਾ ਦੀ ਲੋੜ ਹੁੰਦੀ ਹੈ ਤਾਂ ਜਿਵੇਂ ਰਣ ਭੂਮੀ ਦੇ ਵਿੱਚ ਕੋਈ ਮਿੱਤਰ ਬੋੜਦਾ ਉਦੋਂ ਆਪ ਬੋੜਦੇ ਹੋ। ਰਿਸ਼ਤੇਦਾਰ ਦੀ ਲੋੜ ਹੋਵੇ ਤਾਂ ਸਰਬੰਧੀ ਬਣ ਕੇ ਬੋੜਦੇ ਹੋ। ਮਹਾਰਾਜ ਮੇਰਾ ਸਭ ਕੁਝ ਤੁਸੀਂ ਹੋ। ਇਹ ਸਿੱਖ ਦਾ ਨਿਸ਼ਚਾ ਹੈ ਆਪਣੇ ਗੁਰੂ ਪ੍ਰਤੀ। ਸਿੱਖ ਆਪਣੇ ਗੁਰੂ ਨੂੰ ਇਸ ਤਰ੍ਹਾਂ ਵੇਖਦਾ ਹੈ, ਮਹਾਰਾਜ ਮੇਰੇ ਲਈ ਸਭ ਕੁਝ ਤੁਸੀਂ ਹੋ। ਹਾਂਜੀ। ਜੀਉ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਭਰਪੂਰੇ। ਮੇਰੇ ਕੋਲ ਜੋ ਹੈ ਜੀਓ, ਪਿੰਡ, ਸਰੀਰ, ਇਹ ਸਭ ਕੁਝ ਉਸੇ ਦਾ ਦਿੱਤਾ ਹੋਇਆ ਨਾ, ਤਿਸ ਕਾ ਦੀਆ, ਮੇਰਾ ਤਾਂ ਨਹੀਂ ਹੈ। ਮੇਰੇ ਸਰੀਰ ਦੀ ਦਾਤ ਉਹਨੇ ਮੈਨੂੰ ਦਿੱਤੀ ਹੈ। ਮੇਰੇ ਅੰਦਰ ਜਿਹੜੀ ਇਹ ਜੀਵਨ ਸੱਤਾ ਹੈ, ਜੀਵਨ ਰੌਂ ਹੈ, ਇਹ ਵੀ ਉਸੇ ਦੀ ਦਿੱਤੀ ਹੋਈ ਹੈ। ਮੇਰਾ ਮਾਲਕ ਸਰਬ ਗੁਣਾ ਕਰਕੇ ਭਰਪੂਰ ਹੈ, ਸਰਬ ਗੁਣਾ ਭਰਪੂਰੇ। ਮੇਰੇ ਸਾਹਿਬ ਵਿੱਚ ਸਾਰੇ ਗੁਣ ਨੇ, ਐਸਾ ਕੋਈ ਗੁਣ ਨਹੀਂ
ਜੋ ਮੇਰੇ ਮਾਲਕ ਦੇ ਸਰੂਪ ਵਿੱਚ ਨਾ ਹੋਵੇ। ਅੰਤਰ ਜਾਮੀ ਸੋ ਪ੍ਰਭ ਮੇਰਾ, ਸਰਬ ਰਹਿਆ ਭਰ ਪੂਰੇ। ਮੇਰਾ ਐਸਾ ਪ੍ਰਭੂ ਹੈ ਜਿਹੜਾ ਅੰਤਰਜਾਮੀ ਹੈ, ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ। ਕਿਸ ਦੇ ਹਿਰਦੇ 'ਚ ਕੀ ਚੱਲ ਰਿਹਾ, ਅੰਤਰਜਾਮੀ ਮੇਰੇ ਪ੍ਰਭੂ ਜੀ ਜਾਣਦੇ ਨੇ। ਪੁੱਛਿਆ ਉਹ ਕਿਵੇਂ ਜਾਣ ਲੈਂਦੇ ਆ ਸਾਰਿਆਂ ਦੇ ਦਿਲਾਂ ਦੀਆਂ, ਉਹ ਕਿਵੇਂ ਬੁੱਝ ਲੈਂਦੇ ਆ ਸਭ ਦੇ ਅੰਦਰੋਂ? ਕਹਿੰਦੇ ਤਾਂ ਬੁੱਝ ਲੈਂਦੇ ਆ ਕਿਉਂਕਿ ਸਰਬ ਰਿਆ ਭਰਪੂਰੇ, ਉਹ ਸਾਰਿਆਂ ਦੇ ਅੰਦਰ ਵਸਦੇ ਆ ਨਾ, ਤੇ ਸਾਰਿਆਂ ਦੇ ਅੰਦਰ ਵਸਣੇ ਕਰਕੇ ਜਿਸ ਦੇ ਅੰਦਰ ਜੋ ਚੱਲਦਾ ਉਹ ਬੁੱਝ ਲੈਂਦੇ ਨੇ, ਅੰਤਰਜਾਮੀ ਨੇ। ਸਭ ਦੇ ਅੰਦਰ ਵਸਦਾ ਨਾ ਮਾਲਕ, ਘਟ ਘਟ ਮੈਂ ਹਰ ਜੂ ਬਸਾ, ਸਾਰਿਆਂ ਵਿੱਚ ਭਰਪੂਰ ਹੈ, ਇਸ ਕਰਕੇ ਸਾਰਿਆਂ ਦੇ ਅੰਦਰ ਦੀ ਉਹ ਜਾਣਦਾ ਹੈ। ਤਾਂ ਕੀ ਸ਼ਰਨ ਸਰਬ ਸੁਖ ਪਾਏ, ਹੋਏ ਸਰਬ ਕਲਿਆਣਾ। ਕਹਿੰਦੇ ਜਦੋਂ ਉਹਦੀ ਸ਼ਰਨ ਪਈਏ ਤੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ। ਐਸੇ ਪ੍ਰਭੂ ਦੀ ਸ਼ਰਨ ਪਈਏ ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਕੱਲੇ ਸੁਖ ਹੀ ਨਹੀਂ ਮਿਲਦੇ, ਸਰਬ ਪ੍ਰਕਾਰ ਦੀਆਂ ਮੁਕਤੀਆਂ ਵੀ ਹਾਸਲ ਹੋ ਜਾਂਦੀਆਂ ਨੇ। ਹੋਏ ਸਰਬ ਕਲਿਆਣਾ, ਕਲਿਆਣਾ ਮਤਲਬ ਮੁਕਤੀ। ਜਦੋਂ ਬਹੁਵਚਨ ਸ਼ਬਦ ਵਰਤਿਆ ਦਾ ਮਤਲਬ ਸਾਰੀਆਂ ਮੁਕਤੀਆਂ ਜਿਹੜੀਆਂ ਕਹੀਆਂ ਜਾਂਦੀਆਂ ਨੇ, ਸਰੂਪ ਮੁਕਤੀ, ਸਮੀਪ ਮੁਕਤੀ, ਸ਼ਲੋਕ ਮੁਕਤੀ, ਸਜੁਜ ਮੁਕਤੀ, ਕੇਵਲ ਮੁਕਤੀ, ਜੀਵਨ ਮੁਕਤੀ, ਉਹ ਸਾਰੀਆਂ ਮੁਕਤੀਆਂ ਫਿਰ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਜਿਹੜੇ ਉਸ ਮਾਲਕ ਦੀ ਸ਼ਰਨ 'ਚ ਪੈ ਜਾਂਦੇ ਹਨ। ਸਦਾ ਸਦਾ ਪ੍ਰਭ ਕੋ ਬਲਿਹਾਰੈ, ਨਾਨਕ ਸਦ ਕੁਰਬਾਨਾ। ਸਦਾ ਸਦਾ ਉਸ ਪ੍ਰਭੂ ਤੋਂ ਬਲਿਹਾਰ ਜਾਈਏ, ਸਦਾ ਸਦਾ ਪ੍ਰਭ ਕਉ ਬਲਿਹਾਰ, ਸਦਾ ਸਦਾ ਉਸ ਪ੍ਰਭੂ ਤੋਂ ਬਲਿਹਾਰ ਜਾਈਏ, ਨਾਨਕ ਸਦ ਕੁਰਬਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਉਹਦੇ ਤੋਂ ਸਦਾ ਲਈ ਕੁਰਬਾਨ ਜਾਵਾਂ, ਉਹਦੇ ਤੋਂ ਸਦਾ ਲਈ ਵਾਰੇ ਵਾਰੇ ਜਾਵਾਂ। ਐਸਾ ਗੁਰ ਵੱਡ ਭਾਗੀ ਪਾਈਐ। ਐਸਾ ਗੁਰੂ ਹਰ ਇੱਕ ਨੂੰ ਥੋੜੀ ਮਿਲਦਾ। ਐਸਾ ਗੁਰੂ ਜਿਹਦੇ ਬਾਰੇ ਉੱਪਰ ਦੱਸਿਆ, ਐਸਾ ਗੁਰੂ ਹਰ ਇੱਕ ਨੂੰ ਨਹੀਂ ਮਿਲਦਾ। ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਵੱਡ ਭਾਗੀ ਪਾਈ ਐਸਾ ਗੁਰ ਵੱਡ ਭਾਗੀ ਪਾਈਐ, ਐਸਾ ਗੁਰ ਵੱਡ ਭਾਗੀ ਪਾਈਐ। ਐਸਾ ਗੁਰ ਵੱਡ ਭਾਗੀ ਪਾਈਐ, ਐਸਾ ਗੁਰ ਵੱਡ ਭਾਗੀ ਪਾਈਐ। ਐਸਾ ਗੁਰ ਵੱਡ ਭਾਗੀ ਪਾਈਐ, ਐਸਾ ਗੁਰ ਵੱਡ ਭਾਗੀ ਪਾਈਐ। ਐਸਾ ਗੁਰ ਵੱਡ ਭਾਗੀ ਪਾਈਐ, ਐਸਾ ਗੁਰ ਵੱਡ ਭਾਗੀ ਪਾਈਐ। ਐਸਾ ਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਜਿਤ ਮਿਲਿਆ ਪ੍ਰਭ ਜਪੈ ਰਾਮ, ਐਸਾ ਗੁਰੂ ਜਿਹੜਾ ਵੱਡਿਆਂ ਭਾਗਾਂ ਨਾਲ ਮਿਲਦਾ ਹੈ, ਜਿਸ ਨੂੰ ਮਿਲੀਏ ਤੇ ਰੱਬ ਦੀ ਸੋਝੀ ਹੁੰਦੀ ਹੈ, ਪਰਮੇਸ਼ਰ ਦਾ ਗਿਆਨ ਹੁੰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਪ੍ਰਭੂ ਦਾ ਜਾਪ ਜਪਣ ਲੱਗ ਪਈਦਾ। ਜਦੋਂ ਐਸਾ ਗੁਰੂ ਮਿਲਦਾ, ਧੰਨ ਗੁਰੂ ਨਾਨਕ ਸਾਹਿਬ ਜੀ ਮਿਲਦੇ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲਦੇ ਹਨ, ਤਾਂ ਸਤਿਗੁਰਾਂ ਨਾਲ ਮਿਲ ਕੇ ਫਿਰ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪੀਦਾ ਹੈ। ਜਨਮ ਜਨਮ ਕੇ ਕਿਲ ਵਿਖ ਉਤਰੈ, ਹਰ ਸੰਤ ਧੂੜੀ ਨਿਤ ਨਾਪੈ ਰਾਮ। ਜਨਮਾਂ ਜਨਮਾਂ ਦੇ ਕਿਲ ਵਿਖ ਲੱਥ ਜਾਂਦੇ ਹਨ। ਕਦੋਂ? ਜਦੋਂ ਸਤਿਗੁਰੂ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰੀਏ। ਧੂੜੀ ਦਾ ਇਸ਼ਨਾਨ ਮਾਘ ਮੱਜਨ ਸੰਗ ਸਾਧੂਆ, ਧੂੜੀ ਕਰ ਇਸ਼ਨਾਨ। ਧੂੜੀ ਦਾ ਇਸ਼ਨਾਨ ਨਿਮਰਤਾ ਸਹਿਤ ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ 'ਚ ਰਹਿਣਾ, ਇਹ ਧੂੜੀ ਦਾ ਇਸ਼ਨਾਨ ਹੈ। ਪ੍ਰਤੱਖ ਰੂਪ ਵਿੱਚ ਵੀ ਕਈ ਗੁਰਮੁਖ ਧੂੜੀ ਚੁੱਕ ਕੇ ਸਤ ਸੰਗਤ ਦੇ ਚਰਨਾਂ ਦੀ ਮਸਤਕ ਨੂੰ ਲਾਉਂਦੇ ਹਨ।
ਮਸਤਕ ਨੂੰ ਲਾ ਲਿਓ ਸੰਪੂਰਨ ਇਸ਼ਨਾਨ ਹੀ ਹੈ। ਇਹਦਾ ਮਤਲਬ ਇਹ ਨਹੀਂ ਵੀ ਧੂੜੀ ਇਕੱਠੀ ਕਰਕੇ ਤੁਸੀਂ ਸਾਰੇ ਪਿੰਡੇ ਤੇ ਮਲਣੀ। ਮਸਤਕ ਤੇ ਲੱਗ ਗਈ ਉਹ ਵੀ ਧੂੜੀ ਦਾ ਇਸ਼ਨਾਨ ਹੈ, ਵੀ ਨਿਮਰਤਾ ਦੇ ਨਾਲ ਮੱਥਾ ਝੁਕ ਗਿਆ। ਸਿਰ ਝੁਕਾਉਣ ਦੀ ਬਾਤ ਹੈ ਨਾ, ਮਸਤਕ ਝੁਕਾਉਣ ਦੀ ਬਾਤ ਹੈ। ਸਤ ਸੰਗਤ ਦੇ ਚਰਨਾਂ ਦੀ ਧੂੜ ਮਸਤਕ ਤੇ ਲੱਗ ਗਈ ਤਾਂ ਇਸ਼ਨਾਨ ਹੋ ਗਿਆ, ਸੰਪੂਰਨ ਇਸ਼ਨਾਨ ਹੈ। ਧੂੜੀ ਦਾ ਇਸ਼ਨਾਨ ਹੈ ਕਿ ਹੁਣ ਅਸੀਂ ਨਿਮਰਤਾ ਸਹਿਤ ਸਤ ਸੰਗਤ ਦੇ ਚਰਨਾਂ ਵਿੱਚ ਝੁਕ ਗਏ ਹਾਂ। ਪਾਤਸ਼ਾਹ ਕਹਿੰਦੇ ਜਦੋਂ ਸਾਧੂਆਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰੀਏ ਤਾਂ ਜਿਤਨੇ ਕਿਲਵਿਖ ਨੇ ਸਾਰੇ ਕਿਲਵਿਖ ਉਤਰ ਜਾਂਦੇ ਨੇ। ਜਨਮ ਜਨਮ ਕੇ ਕਿਲਵਿਖ ਉਤਰ ਹੈ, ਜਨਮਾਂ ਜਨਮਾਂਤਰਾਂ ਦੇ ਕਿਲਵਿਖ ਲੱਥ ਜਾਂਦੇ ਨੇ। ਹਰ ਸੰਤ ਧੂੜੀ ਨਿਤ ਨਾਪੈ ਰਾਮ, ਨਿਤ ਨਹਾਈਏ, ਯਾਨੀ ਕਿ ਨਿਤ ਮਹਾਂਪੁਰਸ਼ਾਂ ਸਾਧੂਆਂ ਦੀ ਸੰਗਤ ਕਰੀਏ, ਸਤ ਸੰਗੀਆਂ ਦੀ ਸੰਗਤ ਕਰੀਏ, ਗੁਰੂ ਕੀ ਸੰਗਤ ਕਰੀਏ ਤਾਂ ਸਤ ਸੰਗਤ ਕਰਦਿਆਂ, ਨਿਤ ਇਸ਼ਨਾਨ ਕਰਦਿਆਂ ਜਨਮਾਂ ਜਨਮਾਂ ਦੇ ਕਿਲਵਿਖ ਲੱਥ ਜਾਣਗੇ, ਜਨਮ ਜਨਮਾਂਤਰਾਂ ਦੇ ਕੀਤੇ ਪਾਪ ਨਿਰਵਿਰਤ ਹੋ ਜਾਣਗੇ। ਹਰ ਧੂੜੀ ਨਹਾਈਐ ਪ੍ਰਭੂ ਧਿਆਈਐ, ਬਹੁੜ ਜੋਨ ਨਾ ਆਈਐ। ਹਰ ਧੂੜੀ ਨਹਾਈਐ, ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰੀਏ, ਨਿਮਰਤਾ ਨਾਲ ਹਲੀਮੀ ਨਾਲ ਰਹੀਏ, ਫਿਰ ਪ੍ਰਭੂ ਧਿਆਈਐ, ਨਾਲ ਪ੍ਰਭੂ ਨੂੰ ਧਿਆਈਏ, ਅਕਾਲ ਪੁਰਖ ਨੂੰ ਧਿਆਈਏ। ਤੇ ਜਦੋਂ ਨਾਲ ਨਾਲ ਪ੍ਰਭੂ ਨੂੰ ਧਿਆਵੋਗੇ ਤੇ ਪ੍ਰਭੂ ਨੂੰ ਧਿਆਉਣ ਦੀ ਬਰਕਤ ਇਹ ਮਿਲੇਗੀ, ਬਾਹੁੜ ਜੋਨ ਨਾ ਆਈਐ। ਮੁੜ ਕੇ ਫਿਰ ਜਨਮ ਮਰਨ ਦੇ ਚੱਕਰਾਂ 'ਚ ਜੂਨੀਆਂ 'ਚ ਨਹੀਂ ਆਉਣਾ ਪਵੇਗਾ। ਨਾਮ ਦਾ ਇਹ ਪ੍ਰਤਾਪ ਹੈ। ਜਦੋਂ ਨਾਮ ਧਿਆਵੋਗੇ, ਨਾਮ ਦੀ ਕਮਾਈ ਕਰੋਗੇ, ਨਾਮ ਦੀ ਸਾਧਨਾ ਕਰੋਗੇ ਤਾਂ ਮੁੜ ਕੇ ਜੋਨੀਆਂ 'ਚ ਨਹੀਂ ਆਓਗੇ। ਇਹ ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ ਇਹ ਬੜਾ ਵੱਡਾ ਦੁੱਖ ਹੈ। ਇਸ ਜਨਮ ਤੇ ਮਰਨ ਦੇ ਦੁੱਖ ਦੀ ਨਿਰਵਿਰਤੀ ਦਾ ਇੱਕੋ ਇੱਕ ਤਰੀਕਾ ਹੈ, ਜੇ ਮੁਕਤ ਹੋਣਾ ਤਾਂ ਅੰਮ੍ਰਿਤ ਨਾਮ ਦੀ ਸਾਧਨਾ ਕਰੋ। ਜਿਵੇਂ ਜਿਵੇਂ ਨਾਮ ਦੀ ਕਮਾਈ ਕਰੋਗੇ, ਵਾਹਿਗੁਰੂ ਵਾਹਿਗੁਰੂ, ਤਿਵੇਂ ਤਿਵੇਂ ਜਨਮ ਮਰਨ ਦਾ ਦੁੱਖ ਦੂਰ ਹੁੰਦਾ ਚਲਾ ਜਾਏਗਾ। ਹਾਂਜੀ, ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ, ਮਨ ਚਿੰਦਿਆ ਫਲ ਪਾਈਐ। ਗੁਰੂ ਦੇ ਚਰਨੀ ਲੱਗਿਆ ਜਿੰਨੇ ਭਰਮ ਨੇ, ਜਿੰਨੇ ਡਰ ਨੇ ਨੱਠ ਜਾਂਦੇ ਨੇ। ਨਾ ਭਰਮ ਰਹਿੰਦਾ ਹਿਰਦੇ 'ਚ, ਨਾ ਡਰ ਰਹਿੰਦਾ। ਮਨ ਚਿੰਦਿਆ ਫਲ ਪਾਈਐ, ਫਿਰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ। ਜੋ ਮਨ 'ਚ ਚਿਤਵਦੇ ਆ, ਜੋ ਚਾਹੁੰਦੇ ਆ, ਉਹ ਮਿਲ ਜਾਂਦਾ ਹੈ। ਹਰ ਗੁਣ ਨਿਤ ਗਾਏ, ਨਾਮ ਧਿਆਏ, ਫਿਰ ਸੋਗ ਨਾਹੀ ਸੰਤਾਪੈ। ਹਰੀ ਦੇ ਗੁਣ ਨਿਤ ਗਾਈਏ ਤੇ ਨਾਮ ਧਿਆਈਏ, ਫਿਰ ਕਹਿੰਦੇ ਕਿਸੇ ਪ੍ਰਕਾਰ ਦਾ ਸੋਗ ਉਹ ਨਹੀਂ ਤਪਾਉਂਦਾ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਨਾਨਕ ਸੋ ਪ੍ਰਭ ਜੀ ਕਾ ਦਾਤਾ, ਊਰਾ ਜਿਸ ਪ੍ਰਤਾਪੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਪ੍ਰਭੂ ਸਾਰੇ ਸੰਸਾਰ ਦੇ ਜੀਆਂ ਦਾ ਦਾਤਾ ਹੈ ਔਰ ਉਹਦਾ ਪੂਰਾ ਪ੍ਰਤਾਪ ਹੈ। ਪੂਰਾ ਜਿਸ ਪ੍ਰਤਾਪ ਹੈ, ਉਹਦਾ ਪ੍ਰਤਾਪ ਪੂਰਾ ਹੈ, ਉਹ ਕਦੇ ਘਟਦਾ ਨਹੀਂ। ਦੁਨੀਆ ਵਿੱਚ ਬਹੁਤ ਲੋਕਾਂ ਦਾ, ਸੰਸਾਰ ਦੇ ਵਿੱਚ ਜੀਵਾਂ ਦਾ ਪ੍ਰਤਾਪ ਵੱਧ ਜਾਂਦਾ ਹੁੰਦਾ ਹੈ। ਕੋਈ ਰਾਜਨੀਤਿਕ ਹੋਵੇ, ਜਦੋਂ ਉਹਨਾਂ ਦੀ ਸੱਤਾ ਆਉਂਦੀ ਆ, ਉਹਨਾਂ ਦਾ ਪ੍ਰਤਾਪ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਉਹਨਾਂ ਦਾ ਉਹ ਪ੍ਰਤਾਪ ਜਾਂਦਾ ਰਹਿੰਦਾ, ਕੋਈ ਦੂਸਰਾ ਆ ਜਾਂਦਾ। ਕਿਸੇ ਕੋਲ ਕੋਈ ਪਦਵੀ ਹੋਵੇ, ਉਹਦਾ ਪ੍ਰਤਾਪ ਉਦੋਂ ਤਾਂ ਹੀ ਹੈ। ਪਰ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤਾਪ ਪੂਰਨ ਹੈ। ਜੁਗਾਂ ਪਹਿਲਾਂ ਜੈਸਾ ਪ੍ਰਤਾਪ ਸੀ, ਅੱਜ ਵੀ ਪੂਰਨ ਹੈ ਔਰ ਅੱਗੇ ਵੀ ਪੂਰਾ ਰਹਿਣਾ। ਉਹਦਾ ਪ੍ਰਤਾਪ ਕਦੇ ਘਟਦਾ ਨਹੀਂ, ਉਹਦਾ ਪ੍ਰਤਾਪ ਪੂਰਨ ਹੈ। ਹਰ ਹਰੇ ਹਰ ਗੁਣ ਨਿਦੇ,
ਹਰ ਸੰਤਨ ਕੈ ਵਸ ਆਏ RAM। ਹਰ ਹਰੇ ਹਰ ਗੁਣ ਨਿਧੇ, ਉਹ ਹਰੀ ਸਾਰਿਆਂ ਵਿੱਚ ਵਰਤਦਾ ਗੁਣਾਂ ਦਾ ਖਜ਼ਾਨਾ। ਹਰ ਹਰੇ ਹਰ ਗੁਣ ਨਿਧੇ, ਹਰ ਸੰਤਨ ਕੈ ਵਸ ਆਇਆ RAM। ਉਹ ਹਰੀ ਸੰਤਾਂ ਦੇ ਵਸ ਆਉਂਦਾ, ਕਿਉਂਕਿ ਰੱਬ ਦੇ ਪਿਆਰੇ ਉਹਨੂੰ ਪ੍ਰੇਮ ਨਾਲ ਵਸ ਕਰ ਲੈਂਦੇ। ਉਹ ਹਰੀ ਗੁਣਾਂ ਦਾ ਖਜ਼ਾਨਾ ਹੈ, ਪਰ ਉਹ ਆਪਣੇ ਸੰਤਾਂ ਦੇ ਵਸ ਆਉਂਦਾ, ਆਪਣੇ ਪਿਆਰਿਆਂ ਦੇ ਵਸ ਆਉਂਦਾ, ਉਹਨਾਂ ਦੇ ਪਿਆਰ ਦੇ ਵਿੱਚ ਟਿਕ ਜਾਂਦਾ ਉਹਨਾਂ ਦੇ ਅੰਦਰ। ਫਿਰ ਆਪਣਾ ਆਪ ਹਿਲਾਉਂਦਾ ਵੀ ਨੂੰ ਉਹਨਾਂ ਦੇ ਹਿਰਦੇ ਚੋਂ, ਐਸਾ ਟਿਕ ਜਾਂਦਾ ਉਹਨਾਂ ਦੇ ਪ੍ਰੇਮ ਦੇ ਵਸ ਹੋਇਆ ਜਿਵੇਂ ਬੰਨ੍ਹ ਕੇ ਬਿਠਾਇਆ ਹੋਵੇ ਪ੍ਰੇਮ ਦੀਆਂ ਡੋਰੀਆਂ ਨਾਲ। ਤੇ ਐਸਾ ਬੰਨਿਆ ਹੋਇਆ, ਫਿਰ ਐਸਾ ਟਿਕ ਜਾਂਦਾ ਉਹਨਾਂ ਅੰਦਰ, ਹਿਲਦਾ ਵੀ ਨਹੀਂ। ਕਾਬਲ ਵਿੱਚ ਬੈਠੇ ਭਾਈ ਗੋਂਦਾ ਜੀ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਬੈਠੇ ਨੇ ਕੀਰਤਪੁਰ ਸਾਹਿਬ। ਸਵੇਰੇ ਬੈਠੇ ਚਰਨ ਥੱਲੇ ਪਸਾਰ ਕੇ ਮਹਾਰਾਜ ਜੀ, ਤੇ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਬੈਠੇ, ਦਿਨ ਚੜ੍ਹ ਗਿਆ। ਦਿਨ ਚੜ੍ਹਨ ਤੋਂ ਬਾਅਦ ਦੁਪਹਿਰਾ ਪੈ ਗਿਆ। ਲਾਂਗਰੀ ਆਇਆ ਕਰੇ, ਮਹਾਰਾਜ ਜੀ ਭੋਜਨ ਛਕ ਲੋ। ਸਤਿਗੁਰੂ ਹਿੱਲਣ ਹੀ ਨਾ, ਜਿਵੇਂ ਪੈਰ ਬੰਨ੍ਹ ਕੇ ਬਿਠਾਇਆ ਹੋਵੇ। ਸ਼ਾਮ ਪੈ ਗਈ, ਉਸੇ ਤਰ੍ਹਾਂ ਡੋਲ ਬੈਠੇ ਰਹੇ। ਸ਼ਾਮ ਨੂੰ ਉੱਠੇ, ਸਿੱਖਾਂ ਪੁੱਛਿਆ ਮਹਾਰਾਜ ਅੱਜ ਇਹ ਖੇਡ ਕੀ, ਸਮਝ ਨਹੀਂ ਆਈ। ਆਖਿਆ ਅੱਜ ਅੰਮ੍ਰਿਤ ਵੇਲੇ ਸਾਡਾ ਸਿੱਖ ਕਾਬਲ 'ਚ ਬੈਠਾ ਭਾਈ ਗੋਂਦਾ ਸਾਡੇ ਚਰਨ ਫੜੀ ਬੈਠਾ ਸੀ, ਉਹਦਾ ਧਿਆਨ ਜੁੜ ਗਿਆ। ਅਸੀਂ ਆਪਣੇ ਚਰਨ ਇਹੋ ਜਿਹੇ ਉਹਦੇ ਧਿਆਨ ਵਿੱਚ ਟਿਕਾਏ ਕਿ ਉਹਦਾ ਧਿਆਨ ਕਿਤੇ ਟੁੱਟ ਨਾ ਜਾਏ, ਇਸ ਕਰਕੇ ਅਡੋਲ ਹੋ ਕੇ ਬੈਠੇ ਰਹੇ। ਇਹਨੂੰ ਪ੍ਰੇਮਮਈ ਧਿਆਨ ਕਹਿੰਦੇ ਆ। ਸਿੱਖਾਂ ਨੇ ਤਰੀਕ ਲਿਖ ਲਈ, ਵਾਰ ਲਿਖ ਲਿਆ, ਸਮਾਂ ਲਿਖ ਲਿਆ ਵੀ ਜਦੋਂ ਭਾਈ ਗੋਂਦਾ ਆਏਗਾ ਤੇ ਪੁੱਛਾਂਗੇ। ਭਾਈ ਗੋਂਦਾ ਜੀ ਦਰਸ਼ਨਾਂ ਨੂੰ ਆਏ ਤੇ ਪੁੱਛਿਆ, ਬਿਲਕੁਲ ਉਹੀ ਤਿੱਥ, ਉਹੀ ਵਾਰ। ਕੋਈ ਜੀਵਨ ਦਾ ਬੜਾ ਸਵੱਲਾ ਜਿਹਾ ਦਿਨ ਹੋਵੇ ਨਾ, ਰਸ ਭਰਿਆ, ਉਹ ਦਿਨ ਕਦੇ ਭੁੱਲਦਾ ਨਹੀਂ ਬੰਦੇ ਨੂੰ। ਤਿੱਥੋ ਤਰੀਕੋ ਵਾਰ ਚੇਤੇ ਰਹਿੰਦਾ। ਉਹਨੂੰ ਤਰੀਕ ਨਹੀਂ ਭੁੱਲਦੀ ਵੀ ਉਸ ਦਿਨ ਮੈਨੂੰ ਆਹ ਆਨੰਦ ਪ੍ਰਾਪਤ ਹੋਇਆ ਸੀ, ਆਹ ਵਸਤ ਮੈਨੂੰ ਪ੍ਰਾਪਤ ਹੋਈ ਸੀ। ਇੱਥੇ ਦਇਆਨੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਪ੍ਰੇਮ ਕਰਕੇ ਰੱਬ ਦੇ ਪਿਆਰੇ ਪ੍ਰੇਮ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖਦੇ ਹਨ, ਵਸਾ ਕੇ ਰੱਖਦੇ ਹਨ। ਸੰਤ ਚਰਨ ਗੁਰ ਸੇਵਾ ਲਾਗੇ, ਤਿਨੀ ਪਰਮ ਪਦ ਪਾਏ RAM। ਜਿਹੜੇ ਸੰਤ ਜਨਾਂ ਦੇ ਚਰਨਾਂ ਨੂੰ ਸੇਵ ਕੇ ਗੁਰੂ ਦੀ ਸੇਵਾ 'ਚ ਲੱਗੇ ਨੇ, ਗੁਰਸਿੱਖਾਂ ਦੀ, ਗੁਰੂ ਪਿਆਰਿਆਂ ਦੀ ਸੇਵਾ ਕਰਦਿਆਂ ਗੁਰੂ ਦੀ ਸੇਵਾ 'ਚ ਲੱਗੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪਰਮ ਪਦਵੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਸੰਤ ਚਰਨ ਗੁਰ ਸੇਵਾ ਲਾਗੇ, ਸਤਪੁਰਸ਼ਾਂ ਦੇ ਚਰਨਾਂ 'ਚ ਔਰ ਗੁਰੂ ਦੀ ਸੇਵਾ 'ਚ ਜਿਹੜੇ ਲੱਗ ਗਏ, ਤਿਨੇ ਪਰਮ ਪਦ ਪਾਏ RAM। ਤਿਨਾਂ ਨੂੰ ਪਰਮ ਪਦਵੀ ਦੀ ਦਾਤ ਪ੍ਰਾਪਤ ਹੋ ਗਈ, ਸ੍ਰੇਸ਼ਟ ਪਦਵੀ ਦੀ ਦਾਤ ਪ੍ਰਾਪਤ ਹੋ ਗਈ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਪਰਮ ਪਦਵੀ ਨੂੰ ਪਾ ਲਿਆ ਉਹਨਾਂ ਨੇ, ਆਪਣੇ ਅੰਦਰੋਂ ਆਪਾ ਭਾਵ ਮਿਟਾ ਲਿਆ। ਪਰਮੇਸ਼ਰ ਪੂਰਨ ਨੇ ਉਹਨਾਂ ਤੇ ਆਪਣੀ ਕਿਰਪਾ ਧਾਰੀ ਹੈ। ਸਫਲ ਜਨਮ ਹੋਆ ਭੋ ਭਾਗਾ, ਹਰ ਭੇਟਿਆ ਏਕ ਮੁਰਾਰੀ। ਉਹਨਾਂ ਦਾ ਜਨਮ ਸਫਲ ਹੋ ਗਿਆ। ਸਫਲ ਜਨਮ ਹੋਆ ਭਉ ਭਾਗਾ, ਉਹਨਾਂ ਦੇ ਡਰ ਨੱਠ ਗਏ, ਜਨਮ ਸਫਲ ਹੋ ਗਿਆ। ਹਰ ਭੇਟਿਆ ਏਕ ਮੁਰਾਰੀ, ਮੁਰਾਰੀ ਰੱਬ ਪਰਮੇਸ਼ਰ, ਉਹ ਹਰੀ ਇੱਕ ਉਹਨਾਂ ਨੂੰ ਮਿਲ ਗਿਆ, ਉਹਦੀ ਪ੍ਰਾਪਤੀ ਹੋ ਗਈ। ਜਿਸ ਕਾ ਸਾ ਤਿਨ ਹੀ ਮੇਲ ਲਿਆ, ਜੋਤੀ ਜੋਤ ਸਮਾਇਆ। ਜਿਸ ਦਾ ਸੀ ਤਿਸੇ ਨੇ ਆਪਣੇ ਵਿੱਚ ਮੇਲ ਕੇ ਅਭੇਦ ਕਰ ਲਿਆ, ਇਹਦੀ ਜੋਤ ਆਪਣੀ ਜੋਤ 'ਚ ਮਿਲਾ ਕੇ ਇੱਕ ਮਿਕ ਕਰ ਲਈ।
ਆਖਿਆ ਹੁਣ ਤੂੰ ਮੈਂ ਹੋ ਗਿਆ ਤੇ ਮੈਂ ਤੂੰ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਆ, ਬੰਦਾ ਸਿੰਘ ਖਾਲਸਾ ਮੈਂ ਹੋ ਗਿਆ ਤੇ ਮੈਂ ਖਾਲਸਾ ਹੋ ਗਿਆ, ਸਾਡੇ 'ਚ ਕੋਈ ਭੇਦ ਨਹੀਂ ਰਿਹਾ। ਖਾਲਸਾ ਮੇਰੇ ਵਿੱਚ ਆ ਤੇ ਮੈਂ ਖਾਲਸੇ ਵਿੱਚ ਆ। ਇਹਨੂੰ ਕਹਿੰਦੇ ਨੇ ਜੋਤੀ ਜੋਤ ਆਪਣੇ ਵਿੱਚ ਮਿਲਾ ਕੇ ਅਭੇਦ ਕਰ ਲਈ। ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਿਰੰਜਨ ਨਾਮ ਨੂੰ ਜਪਿਆ, ਸਤਿਗੁਰਾਂ ਨਾਲ ਮਿਲ ਕੇ ਉਹਨਾਂ ਨੇ ਸੁਖ ਪ੍ਰਾਪਤ ਕੀਤਾ, ਗੁਰੂ ਨਾਲ ਮਿਲ ਕੇ ਸੁਖ ਹਾਸਲ ਕੀਤਾ, ਔਰ ਉਹ ਸੁਖ ਆਤਮਾ ਦਾ ਸੁਖ ਹੈ, ਆਪਣੇ ਨਿਜ ਆਪੇ ਦਾ ਸੁਖ ਹੈ। ਗਾਉ ਮੰਗਲੋ ਨਿਤ ਹਰ ਜਨੋ, ਪੁੰਨੀ ਇੱਛ ਸੁਬਾਈ ਰਾਮ। ਇਹ ਹਰੀ ਦੇ ਜਨੋ ਉਹਦੇ ਮੰਗਲ ਗਾਓ, ਪਰਮੇਸ਼ਰ ਦੇ ਉਹਦੀਆਂ ਸਿਫਤਾਂ ਗਾਓ, ਰੱਜ ਰੱਜ ਕੇ ਗਾਓ ਉਹਦੇ ਮੰਗਲ। ਜਿਹਨੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰਨ ਕੀਤੀਆਂ ਨੇ, ਉਹਦੇ ਮੰਗਲ ਗਾਉਣਾ ਤੁਹਾਡਾ ਫਰਜ਼ ਨਹੀਂ, ਤੁਹਾਡਾ ਕਰਤੱਵ ਨਹੀਂ। ਜਿਸ ਨੇ ਤੁਹਾਨੂੰ ਅਨੇਕਾਂ ਦਾਤਾਂ ਦੇ ਕੇ ਨਵਾਜਿਆ, ਜਨਮ ਤੋਂ ਲੈ ਕੇ ਹੁਣ ਤਾਈਂ ਕਿੰਨਾ ਕੁਝ ਦਿੱਤਾ, ਬਿਨਾਂ ਮੰਗਿਆਂ ਦਿੱਤਾ, ਕਿ ਉਸ ਵਾਹਿਗੁਰੂ ਦੇ ਮੰਗਲ ਗਾਉਣਾ ਤੁਹਾਡਾ ਫਰਜ਼ ਨਹੀਂ ਹੈ ਜਨੋ। ਉਸ ਵਾਹਿਗੁਰੂ ਦੇ ਮੰਗਲ ਗਾਓ, ਉਸ ਦੀਆਂ ਸਿਫਤਾਂ ਗਾਇਨ ਕਰੋ, ਉਸ ਵਿਧਾਤੇ ਦਾ ਸ਼ੁਕਰਾਨਾ ਕਰੋ। ਰੰਗ ਰਤੇ ਆਪਣੇ ਸੁਆਮੀ ਸੇਤੀ, ਮਰੈ ਨ ਆਵੈ ਜਾਈ ਰਾਮ। ਜਿਹੜੇ ਆਪਣੇ ਸੁਆਮੀ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਨੇ, ਰੰਗ ਰੱਤੇ ਆਪਣੇ ਸੁਆਮੀ ਸੇਤੀ, ਸੇਤੀ ਦਾ ਮਤਲਬ ਨਾਲ, ਜਿਹੜੇ ਸੁਆਮੀ ਦੇ ਨਾਲ, ਆਪਣੇ ਸੁਆਮੀ ਦੇ ਨਾਲ ਉਹਦੇ ਪ੍ਰੇਮ ਦੇ ਰੰਗ 'ਚ ਰੰਗੇ ਗਏ ਨੇ, ਮਰੈ ਨ ਆਵੈ ਜਾਈ ਰਾਮ, ਮਰੈ ਨ ਆਵੈ ਜਾਈ ਰਾਮ। ਹੇ ਭਾਈ, ਰਾਮ ਸਾਨੂੰ ਸੰਬੋਧਨ ਕਰਦਿਆਂ ਕਹਿ ਰਹੇ ਨੇ, ਹੇ ਭਾਈ, ਫਿਰ ਉਹ ਨਾ ਮਰਦਾ ਨਾ ਜੰਮਦਾ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ। ਉਹ ਫਿਰ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਉਹ ਆਵਾ ਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਦਾ। ਅਬਨਾਸ਼ੀ ਪਾਇਆ ਨਾਮ ਤੇ ਆਇਆ, ਸਗਲ ਮਨੋਰਥ ਪਾਏ। ਅਬਨਾਸੀ, ਅਬਨਾਸੀ ਪਾਇਆ ਨਾਮ ਧਿਆਇਆ। ਅਬਨਾਸੀ ਜਿਸ ਦਾ ਵਿਨਾਸ਼ ਨਹੀਂ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਵਿੱਚ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਪੈਰ ਵਿੱਚ ਕਿਤੇ ਵੀ ਬਿੰਦੀ ਸਤਿਗੁਰਾਂ ਨੇ ਨਹੀਂ ਲਾਈ। ਜਿਹੜੀ ਪੈਰੀ ਬਿੰਦੀ ਲੱਗਦੀ ਹੈ ਨਾ, ਇਹ ਕਿਤੇ ਨਹੀਂ ਲਾਈ ਸਤਿਗੁਰਾਂ ਨੇ। ਉਸ ਵੇਲੇ ਪੈਰੀ ਬਿੰਦੀ ਆਜ਼ਾਦ ਹੀ ਨਹੀਂ ਹੋਈ, ਏਦਾਂ ਕਹਿ ਸਕਦੇ। ਇਸ ਕਰਕੇ ਗੁਰਬਾਣੀ ਦੇ ਉਚਾਰਨ ਸਮੇਂ, ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਪੈਰ ਵਿੱਚ ਬਿੰਦੀ ਲਾਉਣ ਦੀ ਸੰਪਰਦਾਇ ਵਿਦਵਾਨ ਮਨਾਹੀ ਕਰਦੇ। ਉੱਪਰ ਬਿੰਦੀਆਂ ਲੱਗੀਆਂ ਨੇ ਬਹੁਤ ਥਾਵਾਂ ਤੇ ਜਿੱਥੇ ਜ਼ਰੂਰਤ ਸਾਹਿਬ ਨੇ ਲਾਈ। ਅਬਨਾਸੀ ਆਮ ਕਰਕੇ ਆਪਾਂ ਕਈ ਵਾਰੀ ਕਹਿ ਜਾਂਦੇ ਅਬਨਾਸ਼ੀ। ਜਦੋਂ ਪੈਰ 'ਚ ਬਿੰਦੀ ਲਾਓਗੇ ਫਿਰ ਅਬਨਾਸ਼ੀ ਹੋਵੇਗਾ, ਪਰ ਮੇਰੇ ਸਾਹਿਬ ਨੇ ਬਿੰਦੀ ਨਹੀਂ ਲਾਈ, ਸਾਰੀ ਬਾਣੀ 'ਚ ਨਹੀਂ ਲਾਈ, ਕਿਤੇ ਵੀ ਵਰਤੀ ਨਹੀਂ। ਇਸ ਕਰਕੇ ਸਿੱਧਾ ਸੰਕੇਤ ਹੈ ਵੀ ਪੈਰੀ ਬਿੰਦੀ ਲਾਉਣੀ ਨਹੀਂ। ਉੱਪਰ ਬਿੰਦੀਆਂ ਲਾਉਣ ਦੇ ਜਿਹੜੇ ਵਿਦਵਾਨਾਂ ਦੇ ਆਪੋ ਆਪਣੇ ਅਰਥਾਂ ਮੁਤਾਬਕ ਢੰਗ ਨਾਲ ਲਾ ਲੈਂਦੇ ਆ। ਤੋ ਇੱਥੇ ਮੇਰੇ ਸਾਹਿਬ ਕਹਿੰਦੇ ਅਬਨਾਸੀ, ਜਿਸ ਦਾ ਵਿਨਾਸ਼ ਨਹੀਂ ਹੁੰਦਾ। ਅਬਨਾਸੀ ਪਾਇਆ, ਮੈਂ ਉਹ ਪ੍ਰਾਪਤ ਕਰ ਲਿਆ। ਨਾਮ ਧਿਆਇਆ, ਉਹਦਾ ਨਾਮ ਧਿਆਇਆ ਹੈ, ਤੇ ਜਦੋਂ ਉਹਦਾ ਨਾਮ ਧਿਆਇਆ ਸਗਲ ਮਨੋਰਥ ਪਾਏ। ਮੈਨੂੰ ਸਾਰੇ ਮਨੋਰਥ ਮਿਲ ਗਏ, ਸਰਬ ਮਨੋਰਥਾਂ ਦੀ ਮੈਨੂੰ ਪ੍ਰਾਪਤੀ ਹੋ ਗਈ। ਸਾਤ ਸਹਿਜ ਆਨੰਦ ਕਨੇਰੇ, ਗੁਰ ਚਰਨੀ ਮਨ ਲਾਏ। ਸ਼ਾਂਤ, ਇੱਥੇ ਉੱਤੇ ਬਿੰਦੀ ਲੱਗੀ ਹੋਈ ਹੈ।
ਉੱਪਰ ਲੱਗੀ, ਪੈਰਾਂ ਵਿੱਚ ਨਹੀਂ ਲਾਈ ਕਿਤੇ, ਉੱਪਰ ਲਾਈ ਹੋਈ। ਇੱਥੇ ਫਿਰ ਹੋਵੇਗਾ ਪਾਠ ਸਾਂਤ, ਨਾ ਲੱਗੀ ਹੋਵੇ ਬਿੰਦੀ ਫਿਰ ਹੋਵੇਗਾ ਸਾਤ। ਹੁਣ ਬਿੰਦੀ ਲਾਈ ਹੈ, ਇਹਦਾ ਮਤਲਬ ਸੰਕੇਤ ਹੈ ਵੀ ਇਹਨੂੰ ਸ਼ਾਂਤ ਉਚਾਰਨ ਕਰਨਾ। ਸ਼ਾਂਤੀ ਤੇ ਸਹਿਜ ਤੇ ਕਨੇਰਾ ਆਨੰਦ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਕੇ ਮੈਨੂੰ ਪ੍ਰਾਪਤ ਹੋ ਗਿਆ। ਸ਼ਾਂਤੀ ਵੀ ਮਿਲ ਗਈ ਹੈ, ਸਹਿਜ ਵੀ ਮਿਲ ਗਿਆ, ਆਨੰਦ ਵੀ ਪ੍ਰਾਪਤ ਹੋਇਆ। ਕਦੋਂ ਦਾ? ਜਦੋਂ ਦਾ ਮੈਂ ਗੁਰੂ ਚਰਨਾਂ ਨਾਲ ਚਿੱਤ ਲਾਇਆ। ਹਾਂਜੀ, ਪੂਰ ਰਹਿਆ ਘਟ ਘਟ ਅਬਨਾਸੀ ਥਾਨ ਥਨੰਤਰ ਸਾਈ। ਉਹ ਘਟ ਘਟ ਵਿੱਚ ਪੂਰ ਰਿਹਾ ਹੈ, ਪੂਰ ਰਿਹਾ ਸਭ ਵਿੱਚ ਪੂਰਿਆ। ਘਟ ਘਟ ਅਬਨਾਸੀ, ਘਟ ਘਟ ਦੇ ਵਿੱਚ ਵਸਦਾ ਤੇ ਅਬਨਾਸੀ ਹੈ, ਵਿਨਾਸ਼ ਤੋਂ ਰਹਿਤਾ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਥਾਨ ਥਨੰਤਰ ਸਾਈ, ਉਹੀ ਹੈ ਸਾਈ, ਉਹੀ ਹੈ ਹਰ ਥਾਂ ਤੇ, ਹਰ ਥਾਨ ਅੰਤਰ। ਇਹਨਾਂ ਥਾਵਾਂ ਤੋਂ ਅੰਤਰੇ ਵਾਲੀਆਂ ਥਾਵਾਂ, ਭਾਰਤ ਖੰਡ ਤੋਂ ਇਲਾਵਾ ਬਾਹਰਲੀਆਂ ਜਿੰਨੀਆਂ ਧਰਤੀਆਂ ਨੇ, ਸਰਬ ਥਾਈਂ ਉਹੀ ਰਮਿਆ ਹੋਇਆ। ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ। ਕਹਿੰਦੇ ਜਿਸ ਦਿਨ ਦਾ ਮੈਂ ਗੁਰੂ ਚਰਨਾਂ ਨਾਲ ਮਨ ਲਾਇਆ ਹੈ, ਉਸ ਦਿਨ ਤੋਂ ਬਾਅਦ ਮੇਰੇ ਸਾਰੇ ਕਾਰਜ ਪੂਰਨ ਹੋ ਗਏ ਨੇ। ਸਾਰੇ ਕਾਰਜ ਸਤਿਗੁਰੂ ਜੀ ਨੇ ਉਸੇ ਦਿਨ ਤੋਂ ਸਵਾਰ ਦਿੱਤੇ ਨੇ ਜਿਸ ਦਿਨ ਦਾ ਮੈਂ ਗੁਰੂ ਚਰਨਾਂ ਨਾਲ ਚਿੱਤ ਲਾਇਆ ਹੈ। ਤਦੇ ਪਾਤਸ਼ਾਹ ਕਹਿੰਦੇ ਆ, ਫਿਰ ਕਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ। ਫਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।